ਉੱਦਾਂ ਹੀ ਆਰਕੈਸਟਰਾ ਗਰੁੱਪ ਬਾਰੇ ਜੋ ਸੋਚ ਹੈਗੀ, ਜੇ ਆਪਾਂ ਐਕਚੁਅਲ ਦਿਖਾਵਾਂਗੇ ਕਿ ਕਿੱਦਾਂ ਦੀ ਜਰਨੀ ਉਹ ਜਿਉਂਦੇ ਨੇ, ਕਿੱਦਾਂ ਦੀ ਸਟਰਗਲਸ ਉਹ ਫੇਸ ਕਰਦੇ ਨੇ, ਮੇ ਵੀ ਸਾਡੇ ਚੋਂ ਹੀ ਕੋਈ ਹੋ ਜਾਂਦਾ ਜੋ ਉਹਨਾਂ ਨੂੰ ਕੁਝ ਕਹਿ ਜਾਂਦਾ, ਜੋ ਮੇ ਵੀ ਗਰੁੱਪ 'ਚ ਵੀ ਆਪਸ 'ਚ ਕੁੜੀਆਂ ਇੱਕ ਦੂਜੇ ਨੂੰ ਨੀਚਾ ਫੀਲ ਕਰਾ ਰਹੇ ਨੇ ਕਿ ਤੂੰ ਤੇਰੀ ਔਕਾਤ ਕੀ ਹੈ ਹੁੰਦਾ ਸੋ ਨਹੀਂ ਰਹੀ ਹੈ। ਲੇਕਿਨ ਫਿਰ ਉਹ ਆਪਣੇ ਰੋਣੇ ਨੂੰ ਕਿੱਦਾਂ यूज करके भी मैं बहुत रोली हूँ मैं दिखाऊंगी थोनू एक स्ट्रॉन्ग कुड़ी बन के, इट्स अ वेरी स्ट्रॉन्ग कैरेक्टर। वो अपने आंसुओं का यूज करती है फिर कि हाँ यस मैं थोनू दस्या ओ माय गॉड मैं आपके सारे सीक्रेट्स दस्से हुए ने बिल्कुल जी मैं छड्डदा जी मैनू पंजाबी स्टेशन नाल जुड़े हो तुसीं ते मैं जस्सी बड़ैच जिद्दां तुहानू पता है ना कि आपां इंटरव्यू अपनी बहुत खास हुंदी है ते जिहड़ी अज दी साडी इंटरव्यू आ वो बाहली ज़्यादा खास है ना क्योंकि अज साडे नाल बहुत खूबसूरत मुटियार ने कानिका मान जी। सब तो पहले मैं दो तारीफ करदा नहीं गुस्से ना हो जाने किते ना कि ना कुड़ी बेशक पंजाब तो नहीं है पर पंजाबी ना बाली वधिया बोलदे आ इह। इन्हां दी काफ़ी फिल्मां आपां वेखियां सी जिद्दां दाना पानी की गल कर लीए, रॉकी मेंटल की गल कर लीए, क्या बात है पंजाबी बोलन दी ना लगदा सी यार सच्ची तो साडे वाली कुड़ी है ना साडी आपदी है ना। सो सच्ची साडा अज दाना पानी इन्हां नाल लिखिया सी तां अज इकट्ठे होए आ। स्वागत है। कितनी प्यारी इंट्रोडक्शन दी है तुसीं नाले दाना पानी वाली गल जिहड़ी तुसीं कही दिस इज रियली स्वीट। थैंक यू सो मच फॉर हैविंग मी एंड यस जिन्ना तुहाडे लई आ इंटरव्यू स्पैशल है तुसीं कहा कि इंटरव्यूज बहुत स्पैशल हुंदे आ उन्ना ही साडे लई भी आ बिकॉज ਤੁਹਾਡੇ ਕਰਕੇ ਅਸੀਂ ਆਪਣੇ ਆਡੀਅנס ਤੱਕ ਆਪਣੀ ਰੀਅਲ ਸਾਈਡ ਦਿਖਾ ਸਕਦੇ ਹਾਂ ਕਿ ਅਸੀਂ ਕੀ ਫੀਲ ਕਰਦੇ ਹਾਂ ਬਿਫੋਰ ਆਰ ਰਿਲੀਜ਼, ਆਫਟਰ ਆਰ ਰਿਲੀਜ਼, ਡਿਊਰਿੰਗ ਆਰ ਰਿਲੀਜ਼। ਤਾਂ ਆਫ ਕੋਰਸ ਥੈਂਕ ਯੂ ਸੋ ਮਚ ਫॉर दैट। ਅੱਛਾ ਸਭ ਤੋਂ ਪਹਿਲਾਂ ਮੈਂ ਪੁੱਛਣਾ ਪੰਜਾਬੀ ਕਿੱਥੋਂ ਸਿੱਖੀ ਇੰਨੀ ਵਧੀਆ? ਮਤਲਬ ਸਾਡੀਆਂ ਜਿਹੜੀ ਆਪਦੀਆਂ ਯਕੀਨ ਮੰਨਦੇ ਹੋਣੇ ਪੰਜਾਬ ਦੀਆਂ ਕੁੜੀਆਂ ਨੇ ਨਾ ਸੰਗਦੀਆਂ ਪੰਜਾਬੀ ਬੋਲਣ ਤੋਂ ਜਿੱਦਾਂ ਤੁਸੀਂ ਬੋਲੀ ਜਾਂਦੇ ਹੋ। ਮੈਨੂੰ ਤਾਂ ਬਹੁਤ ਪਸੰਦ ਆਈ ਲੈਂਗੁਏਜ ਐਂਡ ਮੇਰੀ ਪਸੰਦ ਕਰਕੇ ਪਿਆਰ ਕਰਕੇ ਟੁਵਰਡਸ ਦਿਸ ਲੈਂਗੁਏਜ ਮੈਂ ਸਿੱਖੀ ਸੀਗੀ। सो मैं हरियाणा तो है ना मना एक घनी बड़ी हरियाणवी भी आवे है। क्या बात सॉरी घनी सुंदर हिंदी बोले हरियाणवी बोले। हाँ मैं जो आई इत्थे मैंने लग्या सारे इत्थे पंजाबी बोलदे बोलण तो पहला सारे पंजाबी गाने सुनदे सी ਮੈਨੂੰ ਇੰਨੇ ਵਧੀਆ ਲੱਗਦੇ ਸੀ ਨਾਲ ਸਮਝ ਕੁਝ ਨਹੀਂ ਲੱਗਦੀ ਸੀ। ਅੱਛਾ ਪਹਿਲਾ ਗਾਣਾ ਜਿਹੜਾ ਮੈਂ ਯਾਦ ਕੀਤਾ ਸੀ ਵਰਡ ਟੂ ਵਰਡ ਵਿਦ ਮੀਨਿੰਗਸ ਆਸਕਿੰਗ ਮਾਈ ਕਲੀਗਸ ਉਹ ਸੀਗਾ ਤੈਨੂੰ ਸੋਹਣੀਏ ਬੁਲਾਉਂਦੇ ਜਾਣ ਜਾਣ ਗੱਭਰੂ ਦੇ ਬੁੱਲ ਸਿੱਖ ਗਏ। ਕੀ ਬਾਤ ਹੈ। ਤਾਂ ਉਹ ਪਹਿਲਾ ਗਾਣਾ ਮੈਂ ਜਦੋਂ ਆਈ ਸੀਗੀ ਇੱਥੇ ਤਾਂ ਮੈਂ ਕਿਹਾ ਇਹ ਤਾਂ ਬੜਾ ਸੋਹਣਾ। ਆਫ ਕੋਰਸ ਬਾਕੀ ਗਾਣੇ ਵੀ ਇੰਨੇ ਹੀ ਵਧੀਆ ਲੱਗਦੇ ਸੀਗੇ ਬਟ ਉਹ ਗਾਣਾ ਮੈਂ ਕਿਹਾ ਮੈਂ ਤਾਂ ਯਾਦ ਕਰਨਾ ਮੈਨੂੰ ਮਤਲਬ ਸਮਝਾਓ ਵਾਟ ਇਜ਼ ਬੁੱਲ। ਮੈਨੂੰ ਕੁਝ ਨਹੀਂ ਪਤਾ ਸੀਗਾ ਨਾ मैं सुनिया तो मैंने बहुत वधिया लगे फिर मैं सोचा ये तो लैंग्वेज सीखनी पैनी है ना। मैं सीखी सी गाने समझण लई बट देन मैं आप ही एंटर कर गई गाने वाली म्यूजिक इंडस्ट्री है ना तो मैंने लग्या वाओ। फिर आई स्टार्टेड गेटिंग ऑफर्स फॉर फिल्म्स ਤੇ ਉਹ ਮੈਨੂੰ ਪੁੱਛਦੇ ਸੀਗੇ ਤੁਹਾਨੂੰ ਪੰਜਾਬੀ ਆਉਂਦੀ ਆ ਤਾਂ ਮੇਰਾ ਆਨਸਰ ਨਹੀਂ ਸੀ ਹੁੰਦੀ ਤੇ ਉਹ ਮੈਨੂੰ ਕੰਸੀਡਰ ਹੀ ਨਹੀਂ ਕਰਦੇ ਸੀ ਕਹਿੰਦੇ ਜਾਂ ਫਿਰ ਆਪਣੇ ਘਰੇ ਇੱਥੇ ਕੀ ਕਰ ਰਹੀ ਹੈ। ਤਾਂ ਮੈਨੂੰ ਲੱਗਿਆ ਇਹ ਤਾਂ ਬੜੀ ਬੇਇੱਜ਼ਤੀ ਵਾਲੀ ਗੱਲ ਆ। ਫਿਰ ਮੇਰੀ ਰੂਮਮੇਟ ਸੀ ਮੈਂ ਕਿਹਾ ਵੀ ਤੁਸੀਂ ਹੁਣ ਮੇਰੇ ਨਾਲ ਸਿਰਫ ਪੰਜਾਬੀ ਚ ਗੱਲ ਕਰੋਗੇ। ਅੱਛਾ ਮੈਂ ਛੱਡਤੀ ਹਿੰਦੀ ਬੋਲਣੀ ਛੱਡਤੀ ਘਰੋਂ ਹਰਿਆਣਵੀ ਬੋਲਣੀ ਵੀ ਮੈਂ ਕਿਹਾ ਹੁਣ ਸਿਰਫ ਪੰਜਾਬੀ ਬੋਲਣੀ। ਸੱਚੀ ਗੱਲ ਦੱਸ ਨਾ ਕਿ ਪਹਿਲਾਂ ਇਹਨਾਂ ਦਾ 뮤직 ਵੀਡੀਓ ਸੀ ਸੁਪਰ ਡੂਪਰ ਹਿੱਟ ਸੀਗਾ ਰੂਹ ਅਫਜ਼ਾਨ ਤਾਂ ਹੀ ਸਾਨੂੰ ਉਹੀ ਕੁੜੀ ਮਿਲੀ ਹੈ ਰੂਹ ਅਫਜ਼ਾ ਵਰਗੀ ਨਾ ਮੇਰੀ ਰੂਹ ਨੂੰ ਬਚਪਨ ਵਾਲਾ ਰੂਹ ਅਫਜ਼ਾ ਨਾਲ। ਕੀ ਬਾਤ ਹੈ ਨਾ। ਅੱਛਾ ਕਾਨੀ ਤੁਸੀਂ ਵੱਡੇ ਹੋ ਗਏ ਹੈ ਵੱਡੇ ਹੋ ਗਏ ਤੁਸੀਂ? ਨਹੀਂ ਤੇ ਇਹ ਕਹਿੰਦੇ ਨਾ ਵੀ ਸਾਨੂੰ ਕਹਿੰਦੇ ਹਲ ਤੱਕ ਕਿਸੇ ਨੂੰ ਲੱਗਦਾ ਹੀ ਨਹੀਂ ਮੈਂ ਵੱਡੀ ਹੋ ਗਈ ਨਾ। ਅੱਛਾ ਮਤਲਬ ਹਾਂ ਹੋ ਰਹੀ ਆ ਪਤਾ ਨਹੀਂ ਸੈੱਟ ਤੇ ਨਾ ਸੁਣਨ ਵਾਲਾ ਮਤਲਬ ਐਦਾਂ ਹੀ ਟ੍ਰੀਟ ਕਰਨ ਵਾਲਾ ਵੀ ਚਲੇ ਤਾਂ ਜਵਾਗੜੀ ਜੀ ਹੈ ਨਾ ਬੱਚੀ ਹੈ। ਹਾਂ ਮੈਂ ਸੱਚੀ ਦੱਸਾਂ ਇਦਾਂ ਸੋ ਮੇਰੀ ਇੱਕ ਹੋਰ ਆਫ ਕੋਰਸ ਆਪਾਂ ਫਿਲਮ ਬਾਰੇ ਤਾਂ ਫਿਲਮ ਤਾਂ ਆਈ ਰਹੀ ਹੈ ਮਜਾਜਨ ਆਰਕੈਸਟਰਾ। ਹਾਂ ਮੈਂ ਇਹਦੇ ਵਿੱਚ ਚਰਚਾ ਕਰਨੀ ਸੀ ਉਹਦੇ ਨਾਲ ਆਪੀ ਮੇਰੀ ਇੱਕ ਵੈਬ ਸੀਰੀਜ਼ ਵੀ ਆ ਰਹੀ ਹੈ ਰੂਹਾਨੀਅਤ ਮੈਂ ਉਹਦੀ ਬਾਰੇ ਉਸ ਤੋਂ ਪਹਿਲਾਂ ਮੈਂ ਇੱਕ ਟੀਵੀ ਸ਼ੋਅ ਕੀਤਾ ਸੀ ਗੁੱਡਨ ਤੁਮਸੇ ਨਾ ਹੋ ਪਾਏਗਾ ਗੁੱਡਨ ਚ ਮੈਂ 19 ਸਾਲਾਂ ਦੀ ਸੀਗੀ ਜਦੋਂ ਐਂਟਰ ਕੀਤਾ। ਮੈਂ ਜਦ ਮਰ ਗਈ ਉਦੋਂ ਵੀ 19 ਦੀ ਸੀ। ਅੱਛਾ ਗੁੱਡਨ ਜਦੋਂ ਬੰਦ ਹੋਇਆ ਨਾ ਅਭੀ ਜੋ ਮੈਂ ਇਹ ਕੀਤੀ ਆ ਵੈਬ ਸੀਰੀਜ਼ ਉਹਦੇ ਚ ਵੀ ਮੈਂ 19 ਦੀ ਆ। ਅੱਛਾ ਸੋ ਮੈਂ ਵੱਡੀ ਤਾਂ ਹੋ ਨਹੀਂ ਰਹੀ ਖੈਰ। ਇਹ ਤਾਂ ਮਤਲਬ ਤੁਹਾਨੂੰ ਨਾ ਫਿਲਮ ਵਾਲਿਆਂ ਨੇ ਇੰਨਾ ਕੁ ਰੱਖਿਆ ਵੀ ਇਦੋਂ ਵੱਡੀ ਹੋਣੀ ਨਹੀਂ। ਕੀਪਿੰਗ ਮੀ ਯੰਗ ਇੰਡਸਟਰੀ ਇਜ਼ ਕੀਪਿੰਗ ਮੀ ਯੰਗ ਉਹ ਮੈਨੂੰ ਫੀਲ ਹੀ ਨਹੀਂ ਹੋਣ ਦਿੰਦੇ ਵੀ ਨਹੀਂ ਵਿਆਹ ਵਾਲੀ ਹੋ ਗਈ ਹੁਣ ਉਮਰ। ਕੀ ਬਾਤ ਹੈ ਕਰਾਉਣਾ ਵੀ ਹੈ ਨਹੀਂ ਆਪਣੇ ਨਾ। ਵੈਸੇ ਵਿਆਹ ਤੋਂ ਮੈਨੂੰ ਯਾਦ ਆਇਆ ਨਾ ਕਿ ਥੋੜਾ ਔਖਾ ਵਿਆਹ ਵਾਲਾ ਕੰਮ ਕਿਉਂਕਿ ਤੁਹਾਨੂੰ ਮੁੰਡੇ ਟੋਪਰ ਪਸੰਦ ਆ। ਇਹ ਕਿਹਨੇ ਕਿਹਾ?
ਤੁਸੀਂ ਕਿਹਾ ਸੀ ਇੱਕ ਵਾਰੀ ਯਾਦ ਕਿਹਾ ਸੀਗਾ ਕਿ ਕਿਹਾ ਮੈਨੂੰ ਸੀਗਾ ਹੁਣ ਹਾਂ ਮੈਨੂੰ ਮਤਲਬ ਮੈਂ ਨਾ ਉਹਨਾਂ ਨੂੰ ਹੀ ਸਕੂਲ 'ਚ ਵੀ ਉਹਨਾਂ ਨੂੰ ਹੀ ਦੋਸਤ ਬਣਾਉਂਦੀ ਸੀ ਜਿਹੜੇ ਪੜ੍ਹਾਈ 'ਚ ਵਧੀਆ ਹੁੰਦੇ ਸੀ। ਚਲੋ ਭਾਈ ਨਲਾਇਕ ਜਵਾਕਾਂ ਦਾ ਕੋਈ ਕੰਮ ਨਹੀਂ ਹੈਗਾ। ਮੈਂ ਵੀ ਐਵੇਂ ਹਾਰ ਨਹੀਂ ਮੰਨਣੀ। ਕੈਰੀ ਆਨ ਲੱਗੇ ਰਹੋ, ਹੋ ਸਕਦਾ ਅਟੈਂਸ਼ਨ ਮੈਨੂੰ ਸਾਰੇ ਪਾਸੇ ਚਾਹੀਦੀ ਆ। ਸਹੀ ਗੱਲ ਹੈ ਨਾ। ਚਲੋ ਫਿਲਮ ਦੀ ਥੋੜੀ ਗੱਲ ਕਰੀਏ ਨਾ ਕਿ ਮਜਾਜਨ ਆਰਕੈਸਟਰਾ ਨਾ ਸੱਚੀ ਨਾ ਦਿਲੋਂ ਸਲਾਮ ਆ, ਤੁਸੀਂ ਕਿੱਦਾਂ ਦਾ ਵਿਸ਼ਾ ਚੁਣਿਆ। ਯਾ ਥੈਂਕ ਯੂ ਸੋ ਮਚ। ਮਤਲਬ ਮੈਨੂੰ ਵੀ ਉਨੀ ਖੁਸ਼ੀ ਆ ਐਂਡ ਆਮ ਰੀਲੀ ਲੁਕਿੰਗ ਫਾਰਵਰਡ, ਰੀਲੀ ਐਕਸਾਈਟਡ, ਲਿਟਲ ਨਰਵਸ ਆਲਸੋ ਬਿਕਾਜ਼ ਨਵਾਂ ਸਬਜੈਕਟ ਆ। ਡਰ ਵੀ ਲੱਗ ਰਿਹਾ ਸੀ ਪਤਾ ਨਹੀਂ ਆਡੀਅנס ਐਕਸੈਪਟ ਕਰੂਗੀ ਵੀ ਕਿ ਨਹੀਂ, ਬਿਕਾਜ਼ ਆਪਾਂ ਮੰਨ ਲੈਂਦੇ ਆ ਨਾ ਵੀ ਇਦਾਂ ਦਾ ਹੀ ਜਨਰ ਵਰਕ ਕਰਦਾ, ਇਦਾਂ ਦੀ ਕਹਾਣੀਆਂ ਵਰਕ ਕਰਦੀਆਂ, ਇਹੋ ਜੀ ਚੀਜ਼ਾਂ ਨੂੰ ਹੀ ਫੈਮਲੀਜ਼ ਐਕਸੈਪਟ ਕਰਦੀਆਂ ਜਾਂ ਆਡੀਅנס ਸਾਡੀ ਐਕਸੈਪਟ ਕਰਦੀ ਆ। ਸੋ ਉਹ ਫੀਅਰ ਆਫ ਕੋਰਸ ਸੀਗਾ, ਹੈ ਵੀ, ਬਟ ਫਿਰ ਵੀ ਆਪਾਂ ਰਿਸਕ ਲਿੱਤਾ ਤਾਂ ਆਫ ਕੋਰਸ ਈਜ਼ੀ ਵੀ ਸੀ, ਸੌਰੀ ਡਿਫਿਕਲਟ ਵੀ ਸੀਗਾ ਬਟ ਇੰਪੋਰਟੈਂਟ ਵੀ ਆ। ਸਿਨੇਮਾ ਚੇਂਜ ਹੋਣ ਲਈ ਸਾਡੀ ਆਡੀਅנס ਨਵੀਂ ਚੀਜ਼ਾਂ ਜੇ ਐਕਸੈਪਟ ਕਰੇਗੀ ਤਾਂ ਹੀ ਸਾਡੇ 'ਚ ਇੰਨਾ ਕੌਨਫੀਡੈਂਸ ਆਊਗਾ ਵੀ ਆਪਾਂ ਇੱਕ ਨਵਾਂ ਇੱਕ ਕੁਝ ਚੀਜ਼ਾਂ ਹੁੰਦੀਆਂ ਜਿਹਦੇ ਬਾਰੇ ਗੱਲ ਹੋਣੀ ਜ਼ਰੂਰੀ ਆ, ਕੁਝ ਸਬਜੈਕਟਸ ਹੁੰਦੇ ਆ ਜਿਨ੍ਹਾਂ ਬਾਰੇ ਗੱਲ ਹੋਣੀ ਜ਼ਰੂਰੀ ਆ, ਕੁਝ ਹਿਸਟਰੀ 'ਚ ਆਪਾਂ ਸਾਡੀ ਸਟੋਰੀਜ਼ ਇਹੋ ਜਿਹੀ ਹੈਗੀਆਂ ਜਿਨ੍ਹਾਂ ਬਾਰੇ ਗੱਲ ਹੋਣੀ ਜ਼ਰੂਰੀ ਆ, ਬਟ ਆਪਾਂ ਡਰ ਦੇ ਮਾਰੇ ਪ੍ਰੋਡਿਊਸਰਸ ਡਰਦੇ ਆ ਵੀ ਆਪਾਂ ਪੈਸੇ ਲਾ ਦਾਂਗੇ ਪਰ ਪਤਾ ਨਹੀਂ ਉਨੀ ਰਿਕਵਰੀ ਹੋਊਗੀ ਕਿ ਨਹੀਂ ਹੋਊਗੀ। ਆਰਟਿਸਟ ਨੂੰ ਡਰ ਲੱਗਦਾ ਵੀ ਮੈਂ ਇੱਕ ਅਲੱਗ ਇਮੇਜ ਨਾ ਬਣਾ ਦੇਵਾਂ, ਬਾਅਦ 'ਚ ਮੈਨੂੰ ਇੰਡਸਟਰੀ ਐਕਸੈਪਟ ਕਰੂਗੀ ਕਿ ਨਹੀਂ ਕਰੂਗੀ। ਸੋ ਇੱਕ ਡਿਫਰੈਂਟ ਕਨਸੈਪਟ ਦਾ ਵਰਕ ਕਰਨਾ ਬਹੁਤ ਜ਼ਰੂਰੀ ਹੈ। ਆਫ ਕੋਰਸ ਡਰ ਤਾਂ ਹੈਗਾ ਬਟ ਇੱਕ ਕਨਸੈਪਟ ਇੰਨਾ ਪਿਆਰਾ ਸੀਗਾ ਕਿ ਮੈਂ ਉਸ ਡਰ ਨੂੰ ਸਾਈਡ ਤੇ ਰੱਖਿਆ ਤੇ ਮੈਂ ਕਿਹਾ ਨਹੀਂ ਇਹ ਤਾਂ ਦਿਖਾਣਾ ਬਹੁਤ ਜ਼ਰੂਰੀ ਹੈ। ਦ ਸੈਕਿੰਡ ਇੰਪੋਰਟੈਂਟ ਰੀਜ਼ਨ ਜੋ ਮੈਂ ਇਹ ਕੀਤਾ ਬਿਕਾਜ਼ ਮੈਨੂੰ ਇਹ ਬਹੁਤ ਰਿਲੇਟੇਬਲ ਲੱਗਿਆ। ਕਨਿਕਾ ਦੀ ਕਹਾਣੀ ਵੀ ਉਨੀ ਹੀ ਉੱਦਾਂ ਦੀ ਹੀ ਰਹੀ ਆ ਕਿ ਫੈਮਿਲੀ ਸਪੋਰਟ ਕਰੇ ਨਹੀਂ ਕਰੇ ਕਦੇ, ਰਿਲੇਟਿਵਸ ਦਾ ਕੀ ਰਿਸਪੌਂਸ ਆ, ਆਡੀਅנס ਦਾ ਕੀ ਰਿਸਪੌਂਸ। ਸੋ ਉੱਦਾਂ ਦੀ ਚੀਜ਼ਾਂ ਮੈਂ ਆਪ ਵੀ ਫੇਸ ਕੀਤੀਆਂ ਸੀਗੀ ਤਾਂ ਮੈਨੂੰ ਲੱਗਿਆ ਕਿ ਇਹ ਦਿਖਾਣਾ ਜ਼ਰੂਰੀ ਆ। ਨਾਲੇ ਸੋ ਮੇਰੀ ਫੈਮਿਲੀ ਪਹਿਲਾਂ ਨਹੀਂ ਸਪੋਰਟ ਕਰਦੀ ਸੀ ਨਾ, ਕਈ ਚੀਜ਼ਾਂ ਲੁਕ ਕੇ ਕੀਤੀਆਂ ਸੀ ਨਾ, ਕਈ ਲੁਕ ਕੇ ਕੀਤੀ ਸੀਗੇ ਤਾਂ ਮੈਂ ਦੇਖਿਆ ਸੀ ਵੀ ਪਾਪਾ ਦੀ ਕੀ ਸੋਚ ਹੁੰਦੀ ਸੀ, ਘਰਦਿਆਂ ਦੀ ਕੀ ਸੋਚ ਹੁੰਦੀ ਸੀ, ਬਟ ਅੱਜ ਕੀ ਸੋਚ ਆ। ਉਹਦਾ ਰੀਜ਼ਨ ਇਹੀ ਆ ਕਿ ਉਹਨਾਂ ਦੇ ਸਾਹਮਣੇ ਇਹ ਮੈਂ ਰੱਖਿਆ ਕਿ ਸੀ ਇੱਥੇ ਮੈਂ ਕੰਮ ਕਰਦੀ ਹਾਂ ਤੁਸੀਂ ਆ ਕੇ ਦੇਖੋ, ਇਹ ਲੋਕਾਂ ਨਾਲ ਮੈਂ ਕੰਮ ਕਰਦੀ ਹਾਂ ਤੁਸੀਂ ਆ ਕੇ ਮਿਲੋ। ਉਹਨਾਂ ਨੇ ਗੱਲ ਕੀਤੀ, ਉਹ ਨਾਲ ਰਹੇ, ਉਹਨਾਂ ਨੇ ਉਹ ਸਾਰੀ ਚੀਜ਼ਾਂ ਦੇਖੀਆਂ ਤੇ ਅੱਜ they feel very positive about this industry। ਮੇਰੇ ਰਿਲੇਟਿਵਸ ਆਪ ਚਾਹੁੰਦੇ ਨੇ ਵੀ ਉਹ ਆਪਣੇ ਜਵਾਕਾਂ ਨੂੰ ਇੱਥੇ ਭੇਜੀਏ ਨਾ, they ask me ਕਿ ਇਹਨਾਂ ਲਈ ਕੁਝ ਹੈਗਾ ਤੇ ਉਹ ਚੇਂਜ ਮੈਂ ਲੈ ਕੇ ਆਇਆ ਜਦੋਂ ਉਹਨਾਂ ਨੂੰ ਦਿਖਾਇਆ ਇਹ ਸਾਰਾ ਕੁਝ। ਤੇ ਉਦਾਂ ਹੀ ਆਰਕੈਸਟਰਾ ਗਰੁੱਪ ਬਾਰੇ ਜੋ ਸੋਚ ਹੈਗੀ ਜੇ ਆਪਾਂ ਐਕਚੁਅਲ ਦਿਖਾਵਾਂਗੇ ਕਿ ਕਿੱਦਾਂ ਦੀ ਜਰਨੀ ਉਹ ਜਿਉਂਦੇ ਨੇ, ਕਿੱਦਾਂ ਦੀ ਸਟਰਗਲਸ ਉਹ ਫੇਸ ਕਰਦੇ ਨੇ, ਮੇਬੀ ਸਾਡੇ ਚੋਂ ਹੀ ਕੋਈ ਹੋ ਜਾਂਦਾ ਜੋ ਉਹਨਾਂ ਨੂੰ ਕੁਝ ਕਹਿ ਜਾਂਦਾ, ਜੋ ਪੂਰੀ ਲਾਈਫ ਉਹਨਾਂ ਤੇ ਇੱਕ ਇੰਪੈਕਟ ਛੱਡ ਜਾਂਦਾ। ਸੋ ਉਹ ਸਾਰੀ ਚੀਜ਼ਾਂ ਜੇ ਉਹਨੂੰ ਆਪਾਂ ਆਡੀਅנס ਨੂੰ ਦਿਖਾਵਾਂਗੇ ਤਾਂ ਉਹ ਸੋਚ 'ਚ ਡਿਫਰੈਂਸ ਤਾਂ ਆਊਗਾ। ਸੋ ਟੂ ਬ੍ਰਿੰਗ ਦੈਟ ਮੈਂ ਕਿਆ ਕਰ ਲੈਂਦੇ ਆ। ਕੀ ਬਾਤ ਸੱਚੀ ਨਾ, ਜੋ ਤੁਸੀਂ ਸਟੋਰੀ ਕੀਤੀ ਹੈਗੀ ਤੁਸੀਂ ਇਹ ਚੀਜ਼ ਉਹ ਨਾ ਰਿਵਾਈਲ ਕੀਤੀ ਹੈ ਕਿਉਂਕਿ ਪੰਜਾਬ ਦੀ ਗੱਲ ਕਰੀਏ ਨਾ, ਜੇ ਆਰਕੈਸਟਰਾ ਦਾ ਆਪਾਂ ਕੁੜੀਆਂ ਦਾ ਉਹਨਾਂ ਦਾ ਹਾਲ ਦੇਖੀਏ ਨਾ, ਕਈ ਵਾਰੀ ਨਾ ਸਟੇਜ ਤੇ ਪਰਫਾਰਮ ਕਰਦੇ ਤਾਂ ਨੀਚੇ ਬੈਠੇ ਬੰਦੇ ਤੋਂ ਇਦਾਂ ਦੇ ਸਾਰੇ ਕੀਤੇ ਜਾਂਦੇ ਆ, ਇਦਾਂ ਦੇ ਸ਼ਬਦ ਬੋਲੇ ਜਾਂਦੇ ਹੈਗੇ। ਸ਼ਾਇਦ ਤੁਸੀਂ ਉਹ ਚੀਜ਼ ਵੇਖੀ ਹੋਵੇ ਕਿ ਨਾ ਬਠਿੰਡੇ ਇੱਕ ਕੁੜੀ ਦੇ ਗੋਲੀ ਵੀ ਵੱਜੀ ਸੀ ਜੀ, ਆਪਾਂ ਉਹ ਵੀ ਦਿਖਾਇਆ। ਆਫ ਕੋਰਸ ਪੂਰਾ ਐਗਜ਼ੈਕਟ ਰੀਅਲ ਨਹੀਂ ਆਪਾਂ ਦਿਖਾ ਸਕਦੇ ਸੀਗੇ ਬਟ ਉਸ ਚੋਂ ਆਪਾਂ ਕੁਝ ਚੀਜ਼ਾਂ ਦਿਖਾਈਆਂ ਨੇ ਕਿ ਬਿਨਾਂ ਗੱਲਬਾਤ ਉੱਤੇ ਗੋਲੀ ਵੱਜ ਗਈ ਤੇ ਉਸ ਗੋਲੀ ਨੇ ਆਫ ਕੋਰਸ ਇੱਕ ਕੁੜੀ ਦੀ ਜਾਨ ਤਾਂ ਲਈ, ਜੋ ਬਾਕੀ ਲੋਕ ਉੱਥੇ ਸੀਗੇ ਉਸ ਗਰੁੱਪ ਦਾ ਹਿੱਸਾ ਸੀਗੇ ਉਹਨਾਂ ਤੇ ਕੀ ਇੰਪੈਕਟ ਹੁੰਦਾ, ਉਹਨਾਂ ਦੀ ਲਾਈਫ ਤੇ ਕੀ ਇੰਪੈਕਟ ਹੁੰਦਾ। ਪੂਰੀ ਲਾਈਫ ਇੱਕ ਫੀਅਰ 'ਚ ਕੱਢ ਦਿੰਦੇ ਹੋ ਕਿ ਤੁਸੀਂ ਵੀ ਹੋ ਸਕਦੇ ਸੀਗੇ ਪੂਰੇ ਗਰੁੱਪ ਨੂੰ ਏਦਾਂ ਲੱਗਦਾ ਅਸੀਂ ਵੀ ਹੋ ਸਕਦੇ ਸੀ ਉਹਦੀ ਥਾਂ ਤੇ। ਤਾਂ ਉਹ ਸਾਰੀ ਚੀਜ਼ਾਂ ਆਪਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਐਕਚੁਅਲ 'ਚ ਜੋ ਚੀਜ਼ਾਂ ਹੁੰਦੀਆਂ ਨੇ ਕਿ ਕਿੱਦਾਂ ਆਡੀਅנס ਰਿਐਕਟ ਕਰਦੀ ਹੈ, ਕਿੱਦਾਂ ਘਰ ਦੇ ਰਿਐਕਟ ਕਰਦੇ ਨੇ। ਮੇਬੀ ਗਰੁੱਪ 'ਚ ਵੀ ਆਪਸ 'ਚ ਕੁੜੀਆਂ ਇੱਕ ਦੂਜੇ ਨੂੰ ਨੀਚਾ ਫੀਲ ਕਰਾ ਰਹੇ ਨੇ ਕਿ ਤੂੰ ਤੇਰੀ ਔਕਾਤ ਕੀ ਹੈ ਹੁੰਦਾ। ਸੋ ਮੇਬੀ ਆਪ ਵੀ ਤੁਸੀਂ ਉਹੀ ਪ੍ਰੋਫੈਸ਼ਨ 'ਚੋਂ ਬਟ ਤੁਸੀਂ ਦੂਜੇ ਨੂੰ ਫੀਲ ਕਰਾਓਗੇ ਕਿ ਤੂੰ ਗਲਤ ਕੰਮ ਕਰ ਰਹੀ ਹੈ, ਮੈਂ ਤਾਂ ਇਸ ਮਜਬੂਰੀ 'ਚ ਆਈ ਸੀਗੀ ਜਾਂ ਮੇਬੀ ਮੈਂ ਇੱਦਾਂ ਕੀਤਾ ਬਟ ਤੂੰ ਤਾਂ ਹੈਗੀ ਇੱਦਾਂ ਦੀ। ਔਰ ਮੇਬੀ ਸਾਡੇ ਰਿਲੇਟਿਵਸ ਬੋਲਦੇ ਨੇ ਸਾਨੂੰ ਤਾਂ ਪਤਾ ਕਿੱਦਾਂ ਕੰਮ ਹੁੰਦਾ ਇਹ। ਤੁਸੀਂ ਤਾਂ ਬਹੁਤ ਚੀਜ਼ਾਂ ਨਾ ਫੇਸ ਕੀਤੀਆਂ ਨੇ, ਉਹ ਤੁਹਾਡੇ ਫਾਦਰ ਸਾਹਿਬ ਨੂੰ ਮਨਾਉਣਾ ਬਹੁਤ ਔਖਾ ਸੀਗਾ। ਡੈਫੀਨਿਟਲੀ ਬਹੁਤ ਔਖਾ ਸੀਗਾ ਬਟ ਯਾ ਤੇ ਹੁਣ ਮਤਲਬ ਆਸਾਨੀ ਨਾਲ ਹੋ ਜਾਂਦਾ। ਹੁਣ ਵੀ ਸਕ੍ਰਿਪਟ ਉਹਨਾਂ ਨੂੰ ਦੱਸ ਦਿਓ ਵੀ ਇਦਾਂ ਦੀ ਕਰਨੀ ਹੈ, ਇਦਾਂ ਦੀ ਕਰਨੀ। ਹੁਣ ਉਹਨਾਂ ਨੂੰ ਇਦਾਂ ਪ੍ਰੋਬਲਮ ਨਹੀਂ ਹੁੰਦੀ ਬਿਕਾਜ਼ ਮੈਨੂੰ ਲੱਗਦਾ ਇੱਕ ਟਰਸਟ ਵੀ ਬਿਲਡ ਅਪ ਹੋ ਗਿਆ ਹੁਣ ਤਾਂ ਕਿ
ਮੈਨੂੰ ਪਤਾ ਕਿ ਉਹ ਕਿੱਦਾਂ ਦੇ ਸਬਜੈਕਟਸ ਚੂਜ਼ ਕਰੂਗੀ, ਕਿੱਦਾਂ ਦੀ ਕੈਰੈਕਟਰਸ ਚੂਜ਼ ਕਰੂਗੀ, ਉਹਨਾਂ ਨੂੰ ਉਹ ਜਿੱਦਾਂ ਦੇ ਚਾਹੁੰਦੇ ਆ ਮੈਂ ਆਲਮੋਸਟ ਮੇਰੀ ਵੀ ਪਸੰਦ ਉੱਦਾਂ ਦੀ ਆ। ਬਟ ਸਟਿਲ ਆਈ ਲਾਈਕ ਟੂ ਆਸਕ ਕਿ ਪਾਪਾ, ਜਦੋਂ ਮਜਾਜਣ ਆਰਕੈਸਟਰਾ ਵੀ ਮੈਂ ਸੁਣਿਆ ਸੀਗਾ, ਪਹਿਲਾਂ ਕਾਲ ਹੀ ਮੈਂ ਪਾਪਾ ਨੂੰ ਕਰਦੀ ਹਾਂ ਹਮੇਸ਼ਾ कि इतना डिस्कशन चली लाइक तेरे को ही क्यों मिलते हैं ये सब इस तरह के रोल। मैंने कहा कर ले तू बहुत अच्छे से इमोशन दिखा पाएगी ये। तो उनको भी फील हुआ कि इसने भी कुछ ऐसा सही देखा है तो मे बी शील बी एबल टू डू इट इन अ गुड वे। तो हाँ, पापा ने भी यही बोला। सो मैं हमेशा बताती हूँ, अब एक्चुअली वो मुझे पुश करते हैं कि यस जाओ, होना चाहिए। कनिका ਜਦੋਂ ਤੁਹਾਨੂੰ ਕਹਾਣੀ ਸੁਣਾਈ ਗਈ ਸੀ, ਡਰ ਨਹੀਂ ਲੱਗਿਆ ਨਾ ਵੀ ਰਿਸਕ ਜਾਂ ਤਾਂ ਨਹੀਂ ਲੱਗਿਆ ਤੁਹਾਨੂੰ ਵੀ ਯਾਰ ਇਹ ਤਾਂ ਆਪੋਜ਼ਿਟ ਹੋਊਗਾ ਜਾਂ ਐਦਾਂ ਦੀ ਕਹਾਣੀ ਕਰਨੀ ਚਾਹੀਦੀ ਆ ਜਾਂ ਨਹੀਂ ਚਾਹੀਦੀ, ਕੋਈ ਲੱਗਿਆ ਤੁਹਾਨੂੰ? ਬਿਲਕੁਲ ਲੱਗਾ ਥਾ। ਔਰ ਤਾਂ ਹੀ ਮੈਂ ਤੁਹਾਨੂੰ ਦੱਸਿਆ ਵੀ ਕਿ ਸਾਰੀ ਚੀਜ਼ਾਂ ਆਈ ਸੀਗੀ ਮਾਈਂਡ 'ਚ। ਮੈਨੂੰ ਇਦਾਂ ਦੇ ਲੋਕੀ ਵੀ ਮਿਲੇ ਸੀਗੇ, ਕਿਉਂ ਕਰਨੀ ਆ, ਯੂ ਸ਼ੁੱਡ ਡੂ ਵਿਦ ਅ ਬਿਗ ਐਕਟਰ। ਹੁਣ ਟੀਵੀ ਸ਼ੋ ਹਿੱਟ ਹੋ ਗਿਆ, ਟੀਵੀ ਸ਼ੋ ਵਧੀਆ ਹਿੱਟ ਦਿੱਤਾ ਹੈ ਤੁਸੀਂ, ਹੁਣ ਤੁਸੀਂ ਇੱਕ ਵੱਡੇ ਐਕਟਰ ਨਾਲ ਫਿਲਮ ਕਰੋ, ਛਾ ਜਾਓਗੇ, ਐਂਡ ਯੂ ਸ਼ੁੱਡ ਬੀ ਅ ਬਿਗ ਨੇਮ। ਤੁਹਾਨੂੰ ਕੋਈ ਜ਼ਰੂਰਤ ਨਹੀਂ ਵੂਮਨ ਓਰੀਐਂਟਡ ਫਿਲਮ ਐਂਡ ਕੁਝ ਸਬਜੈਕਟ ਲੈ ਕੇ ਆਉਣ ਦੀ, ਜਸਟ ਡੂ ਅ ਨਾਈਸ ਰੋਮਾਂਟਿਕ ਫਿਲਮ। ਬਟ ਆਈ ਫੀਲ ਕਿ ਉਹ ਤਾਂ ਹੋ ਹੀ ਰਿਹਾ ਹੈ ਨਾ, ਮਤਲਬ ਵਿਦ ਆਲ ਡਿਊ ਰਿਸਪੈਕਟ ਚੇਂਜ ਕਿੱਥੇ ਤਾਂ ਕਿਤੇ ਨਾ ਕਿਤੇ ਤਾਂ ਲੈ ਕੇ ਆਉਣਾ ਪੈਣਾ। ਮੇ ਵੀ ਉਹ ਕੰਮ ਕਰ ਜੇ ਤਾਂ ਮਤਲਬ ਵਾਹਿਗੁਰੂ ਦੀ ਕਿਰਪਾ, ਨਹੀਂ ਕੰਮ ਕੀਤਾ ਤਾਂ ਵਿਲ ਐਕਸੈਪਟ ਦੈਟ। ਠੀਕ ਹੈ, ਕੋਈ ਨਾ, ਆਪਾਂ ਕੋਸ਼ਿਸ਼ ਤਾਂ ਕੀਤੀ ਆ, ਠੀਕ ਹੈ, ਕੋਈ ਨਹੀਂ। ਬਿਲਕੁਲ ਜੀ, ਨਾ ਸੱਚੀ ਵਿਸ਼ਾ ਬਹੁਤ ਚੰਗਾ ਹੈ ਨਾ, ਇੱਕ ਹਟ ਕੇ ਵਿਸ਼ਾ। ਅੱਛਾ, ਜੋ ਤੁਸੀਂ ਨਾ ਫਿਲਮ ਕੀਤੀ ਸੀਗੀ ਦਾਣਾ ਪਾਣੀ ਜੀ, ਤੁਹਾਨੂੰ ਐਦਾਂ ਤਾਂ ਨਹੀਂ ਲੱਗਿਆ ਦਾਣੇ ਪਾਣੀ ਫਿਲਮ ਕਰਕੇ ਜਾਂ ਰੌਕੀ ਮੈਂਟਲ ਕਰਕੇ ਵੀ ਇਹ ਸਾਈਡ ਰੋਲ ਆ, ਮੈਂ ਮੇਨ ਲੀਡ ਤੇ ਹੀ ਆਉਣਾ? ਕਿਉਂਕਿ ਹਰ ਕੁੜੀ ਨੂੰ ਹੁੰਦਾ ਨਾ ਇਦਾਂ, ਹਰ ਮੁੰਡੇ ਨੂੰ ਵੀ ਹੁੰਦਾ ਜੀ। ਮੈਨੂੰ ਬਿਲਕੁਲ ਲੱਗਿਆ ਸੀਗਾ ਤੇ ਮਤਲਬ ਮੈਂ ਰੋਈ ਵੀ ਸੀ। ਅੱਛਾ, ਸ਼ੂਟਿੰਗ ਦੇ ਵਿੱਚ ਹੀ ਰੋ ਪੈਂਦੀ ਸੀ ਕਿ ਅੱਛਾ, ਰੋਂਦੇ ਬਹੁਤ ਸੋਹਣਾ ਨੇ। ਚਲੋ ਪਹਿਲਾਂ ਕੀ ਗੱਲ ਕਰੀ ਤੂੰ, ਮੈਂ ਤੂੰ ਬਸ ਰੋ ਕੇ ਦਿਖਾਵਾਂ। ਬਹੁਤ ਵਾਰ ਰੋਉਂਗੀ ਵੈਸੇ ਮੈਂ ਮਜਾਜਣ ਆਰਕੈਸਟਰਾ 'ਚ। ਤੁਹਾਨੂੰ ਪਹਿਲਾਂ ਅੱਧੇ ਪਾਰਟ 'ਚ ਤਾਂ ਰੋ ਹੀ ਰਹੀ ਆ, ਲੇਕਿਨ ਫਿਰ ਉਹ ਆਪਣੇ ਰੋਣੇ ਨੂੰ ਕਿੱਦਾਂ यूज करके भी मैं बहुत रोली हूँ। हुण मैं दिखाऊंगी थोनू स्ट्रॉन्ग कुड़ी बन के। इट्स अ वेरी स्ट्रॉन्ग कैरेक्टर। वो अपने आंसुओं का यूज करती है फिर कि हाँ। सो यस, क्या बात कर रही थी मैं? चलो आप बाकी गल दो। सो ना जदों तुसी थोड़ा फेवरेट सॉन्ग किहड़ा गा हुण तक जिन्ने कीते म्यूजिक वीडियो? मेरा फेवरेट आई रियली लाइक, तुसी इजहार वेख्या सी मेरा गुरनज़र दा, तो मुझे उसमें वो the concept of that video ਮੈਨੂੰ ਬਹੁਤ ਵਧੀਆ ਲੱਗਿਆ ਸੀਗਾ। you know, ਇੱਕ ਤਾਂ look I had shot here in that, and ਕੁੜੀ ਮਾੜੀ ਜੀ ਬੜੀ you know she was ਸਿੱਧੜੀ ਜੀ ਸੀਗੀ, ਲਿਟਲ ਕਮਲੀ ਜੀ ਸੀਗੀ, ਤਾਂ ਉਹ ਸਟੋਰੀ ਮੈਨੂੰ ਬਹੁਤ ਵਧੀਆ ਲੱਗੀ। that's one of my favorite, and ਵਿਆਹ is also one of my favorite, ਮਨਿੰਦਰ's ਵਿਆਹ। There are many songs। ਜਿੱਦਾਂ ਨਾ ਤੁਸੀਂ ਕਿਹਾ ਤੁਸੀਂ ਮਨਿੰਦਰ ਭੱਟ, ਫਿਰ ਕਿਹੜੇ ਕਲਾਕਾਰ ਲੱਗਦਾ ਕਿ ਤੁਹਾਨੂੰ ਉਹਨਾਂ ਨਾਲ ਫਿਲਮ ਕਰਨੀ ਚਾਹੀਦੀ ਹੈ ਨਾ, ਅਕਸਰ ਸੁਪਨਾ ਲੈਂਦੇ ਸੋਚਦੇ ਹੋ? अच्छा, I would like to work with Diljit Dosanjh। ਮੈਨੂੰ ਲੱਗਦਾ ਵੈਸੇ ਤਾਂ ਮੈਂ ਸਾਰਿਆਂ ਨਾਲ ਹੀ ਕਰਨਾ ਚਾਹੁੰਦੀ ਹਾਂ, but I like to work with him। ਅੱਛਾ, ਜੇ ਤੁਹਾਨੂੰ ਮਿਲਣ ਹੈ ਨਾ ਉਹ ਤਾਂ ਪਹਿਲਾ ਸਵਾਲ ਉਹਨਾਂ ਨੂੰ ਕੀ ਹੋਏਗਾ ਤੁਹਾਡਾ? कि चलो कोई कहानी डिस्कस करते हैं। लेट्स गेट टू वर्क। क्या लगता भी नहीं कि मन जाना उन्होंने? मैं मना लेना। मैं मनाउन तो याद आया मिस्टर कमरजीत मान ਨੂੰ ਮਨਾ ਲਿਆ। ਕੀ ਬਾਤ ਹੈ। ਅੱਛਾ, ਤੁਹਾਨੂੰ ਮਨਾਉਣਾ ਕਿੰਨਾ ਕੁ ਔਖਾ, ਤੁਸੀਂ ਕਿੰਨਾ ਕੁ ਜਲਦੀ ਗੁੱਸੇ ਹੋ ਜਾਂਦੇ ਹੋ, ਕਿਹੜੀ ਗੱਲ ਤੋਂ ਗੁੱਸੇ? ਮੈਨੂੰ ਮਨਾਉਣਾ ਬਾਲਾ ਹੀ ਸੌਖਾ ਆ, ਮਤਲਬ ਬਹੁਤ ਹੀ। ਮੈਂ ਬਾਲੀ ਐਡਜਸਟਿੰਗ ਜੀ ਐਂਡ ਅੰਡਰਸਟੈਂਡਿੰਗ ਜੀ ਕੁੜੀਆਂ। ਮੈਨੂੰ ਮੇਰੇ ਘਰ ਦੇ ਵੀ ਕਹਿੰਦੇ ਨੇ, ਨਾਲ ਦੇ ਵੀ ਕਹਿੰਦੇ ਨੇ, ਇਟਸ ਵੈਰੀ ਅੰਡਰਸਟੈਂਡਿੰਗ। ਇੰਨੀ ਛੇਤੀ ਮੰਨਣਾ ਚਾਹੀਦਾ ਨਹੀਂ, ਬਟ ਮੈਂ ਮੰਨ ਜਾਂਦੀ ਹਾਂ। ਨਾਟ ਦੈਟ ਡਿਫਿਕਲਟ। ਅੱਛਾ, ਇੱਕ ਵਾਰੀ ਨਾ ਇਹਨਾਂ ਨਾਲ ਕੀ ਹੋਇਆ ਸੀ, ਤੁਸੀਂ BSc ਕੀਤੀ ਸੀ ਨਾ? BSc ਮੈਂ ਛੱਡਤੀ ਸੀ। ਛੱਡੀ ਤਾਂ ਸੀ ਕਿਉਂਕਿ ਉਹ ਕੁੜੀਆਂ ਦਾ ਕਾਲਜ ਸੀਗਾ। ਯੈਸ, ਮੈਂ ਤੁਹਾਨੂੰ ਦੱਸਿਆ ਹੋਇਆ ਹੈ। ਓ ਮਾਈ ਗॉड, ਮੈਂ ਆਪਦੇ ਸਾਰੇ ਸੀਕ੍ਰੇਟਸ ਦੱਸੇ ਹੋਏ ਨੇ। ਬਿਲਕੁਲ ਜੀ, ਮੈਂ ਛੱਡਤਾ ਸੀ। ਮੈਨੂੰ ਬੜਾ ਬੋਰਿੰਗ ਜਿਹਾ ਲੱਗਦਾ ਸੀ। ਕੁੜੀਆਂ ਬੋਰਿੰਗ ਸੀਆਂ ਜਾਂ ਕੀ ਬੋਰਿੰਗ ਸੀ? ਐਕਚੁਅਲੀ ਨਾ ਮੈਂ ਬਚਪਨ ਤੋਂ ਹੀ ਹੈ ਨਾ, ਦੋ ਮੇਰਾ ਇਸ ਇੰਡਸਟਰੀ 'ਚ ਆਉਣਾ ਬਹੁਤ ਹੀ ਐਕਸੀਡੈਂਟਲ ਆ, ਬਟ ਮੈਨੂੰ ਬਚਪਨ ਤੋਂ ਹੀ ਅਟੈਂਸ਼ਨ ਬਹੁਤ ਪਸੰਦ। ਆਈ ਥਿੰਕ ਦੈਟਸ ਆਲਸੋ ਵਨ ਆਫ ਦ ਰੀਜ਼ਨਸ ਕਿ ਮੈਂ ਇੰਡਸਟਰੀ ਦਾ ਹਿੱਸਾ ਬਣ ਗਈ, ਬਿਕਾਜ਼ ਅੰਦਰੋਂ ਮੈਂ ਚਾਹੁੰਦੀ ਸੀ। ਸੋ ਅਟੈਂਸ਼ਨ ਮੈਨੂੰ ਬਹੁਤ ਪਸੰਦ ਹੈ। ਐਂਡ ਹੁੰਦਾ ਹੀ ਆਪੋਜ਼ਿਟ ਜੈਂਡਰ ਤੋਂ ਤਾਂ ਅਟੈਂਸ਼ਨ, ਉਹ ਤਾਂ ਮਤਲਬ ਹਰ ਕੋਈ ਚਾਹੁੰਦਾ ਹੀ ਹੈ ਨਾ, ਤਾਂ ਮੈਨੂੰ ਸਕੂਲ ਤੋਂ ਹੀ ਸੀਗਾ। ਸੋ ਮੈਂ ਨਾ ਜਾਣ ਬੂਝ ਕਰ ਸੋ हाय ऐसे सारे सीक्रेट्स नहीं बताऊंगी। नहीं, चलो दस दो उन तक। जानबूझ कर ऐसे लड़के पीछे लगाती थी। क्या बात है, खुलासा ब्रेकिंग न्यूज़ हो गई है। कहानी का खोले बड़े राज। तो जैसे
लड़के गेड़ियां लगाते थे ना स्कूल में, तो मैं नई नई एक्टिवा ली थी, मैं गेड़ियां लगाती थी उनके आगे पीछे। अच्छा। तो जान के जहाँ पर ऐसे वो होते ना कुछ कुछ पॉइंट्स बन जाते हैं, कुछ बेकरी है कहीं पर, वहाँ सब इकट्ठे होते हैं, कुछ कैफेज हैं वहाँ, स्कूल के बाद ट्यूशंस के बाद बच्चे इकट्ठे होते थे, हम लोग सब। अच्छा। मैं जान के वहाँ आसपास गेड़ियां लगाती थी टू गेट अटेंशन कि अच्छा कनिका जा रही है, कनिका। आई यूज्ड टू डू अ लॉट। तो मैं बहुत स्कूल में भी बहुत फेमस होती थी, कॉलेज में भी बहुत फेमस होती थी। अच्छा, बट फिर सब बोलते थे बड़ी साऊ जी है। अच्छा, फिर भी साऊ कुड़ी है। हाँ। अच्छा, किसे बहुत सारे प्रपोज तो आए होने, बहुत सारे आए होने। तो होता क्या था ना, पीछे लगाती थी, बट अगर कोई बात करने आ जाए तो निकल जाती थी। तो ये होता था। तो प्रपोजल्स मुझ तक ऐसे इनडायरेक्टली से आते थे कि यार वो बात करना चाहता है, तो मैं कहती चाहता रहे, फिर चाहता रहे, लेकिन होनी नहीं। अच्छा, इदा ਹੁੰਦਾ ना, मुंडे पता फिर कुड़ियां ਨੂੰ ਸਪਾਰਸ਼ ਪਾਉਂਦੇ थे ना भी यार जी हां नंबर दे दो ये तो गल मेरे साथ वालियों को दोस्त बना लेते थे। अच्छा, कि चल मे भी हुन गल बन ये चंगा तरीका सीगा। जैसे आजकल क्या होता है, मेरे भाई मेरे साथ रहता है, तो मैं देख रही हूँ मेरे भाई की बड़ी फ्रेंड्स बन रही है, मेरे भाई के बड़े फ्रेंड्स बनते हैं कि चलो बात हो जाएगी, बाईपास हो गया। किसी ने फेक आईडी तो मैसेज ਕੀਤਾ ਤੁਸੀਂ फेक आईडी बना के? नहीं, मैसेज तो नहीं किया, बट मैं फेक आईडी बना के बहुत लोग का स्टॉक जरूर कर दिया, बिकॉज मैं अपनी ओरिजिनल आईडी तो मेरी नहीं देख सकती, स्टोरी वो पता लग जाता ना भी देखी है ने वो लकाउना भी है बट वेखनी भी आ। आई स्टॉक पीपल। क्या बात है ना, कुड़ी ने बहुत सच्चियां गल्लां कीतियां ने, सच्चियां सच बोलदे ਤੁਸੀਂ ਤਾਂ ਇਹਦਾ ਗੱਲ ਕਲੀਅਰ ਹੈ ਨਾ। ਲਕਾਉਣਾ ਕਿਉਂ? ਅੱਛਾ, ਮਤਲਬ ਸੈੱਟ ਤੇ ਕਿਹੋ ਜਿਹਾ ਮਾਹੌਲ ਹੁੰਦਾ ਸੀਗਾ ਨਾ? ਮਜਾਜਨ ਆਰਕੈਸਟਰਾ ਦੀ ਸੈੱਟ ਤੇ ਮੈਂ ਕਦੇ ਕਦੇ ਤਾਂ ਸੋ ਮੈਂ ਤੁਹਾਨੂੰ ਦੱਸਾਂ ਮੇਰਾ ਤਰੀਕਾ ਕੀ ਕੰਮ ਕਰਨ ਦਾ, ਜਿਹੜਾ ਕੈਰੈਕਟਰ ਮੈਂ ਕਰਦੀ ਆ ਨਾ, ਮੈਂ ਉਹੀ ਜ਼ਿੰਦਗੀ ਜਿਉਣ ਲੱਗ ਜਾਂਦੀ ਆ। ਮੇਰੇ ਲਈ ਜ਼ਰੂਰੀ ਵੀ ਹੈ ਨਾ ਇਫ ਆਮ ਪਰਫਾਰਮਿੰਗ। ਹਾਂ, ਜਦੋਂ ਮੈਂ ਮਨਪ੍ਰੀਤ ਕਰ ਰਹੀ ਸੀ ਮੈਨੂੰ ਲੱਗਦਾ ਸੀ ਮੈਂ ਮਨਪ੍ਰੀਤ ਹੀ ਆ। ਆਮ ਅ ਪਾਰਟ ਆਫ ਆਰਕੈਸਟਰਾ ਗਰੁੱਪ, ਐਂਟਰ ਹੁਣੇ ਕੀਤਾ, ਨਵਾਂ ਬॉयफ्रेंड ਬਣਿਆ, तो कितना कनिका कितना बिहेव करोगी ना, तो मेरा वैसा सही फिर माहौल रहता था कि वैसी अगर वो खुश है तो मैं खुश रहती थी, वो सैड है तो मैं सैड रहती थी, तो सेट का माहौल भी फिर वैसे ही बन जाता था। अच्छा। तो वैसे ही बना के रखती थी आसपास। बट जितने आर्टिस्ट हैं हमारी इस फिल्म में, दे आर वेरी नेचुरल, सच हार्ड वर्किंग पीपल। मतलब मैं देखती हूँ, मतलब मैंने टीवी शो भी किया है, सीरीज भी किया, तो हम लोग प्रोफेशनल होते चले जाते हैं धीरे धीरे। साडा काम होगा तो आप 5 मिनट पहला आ जाना, देन अपना काम करके विल गो बैक। मैं इतने देखा सी भाई, दे यूज्ड टू बी देयर, वो सामने वाले का भी देख रहे हैं सीन, बिल्कुल, कि ये कैसे कर रहे हैं, अच्छा इस सीन के बाद हमारा सीन है तो हमारा मूड ऐसा होगा। तो वो सब भी चीज़ें होती थी। हम लोग साथ बैठ के 2-2 घंटे 3-3 घंटे भी हुआ है। मेरी लास्ट स्पीच जो है इस फिल्म में, उस पर हमने 3 से 4 घंटे हम सब लोग बैठे रहे। मैंने देखा है हम लोग वहाँ ऐसे नहीं बैठते हैं, तो बिकॉज ऑफ द टीम, द पॉजिटिविटी एंड सबके अंदर एक डेडिकेशन थी, वो सबके अंदर थी यहाँ पर, चाहे वो डायरेक्शन हो, टीम, प्रोडक्शन टीम, आर्टिस्ट टीम, तो वो थी जिसकी वजह से लिटरली उस दिन मैं शॉक थी कि मेरी स्पीच से पहले हम 4 घंटे पहले यही डिस्कस करते रहे कि ये शब्द होना चाहिए, ये नहीं होना चाहिए, बिकॉज दैट इज सच एन इम्पॉर्टेंट स्पीच। वो आखिरी में एक इम्पैक्ट डाल के जाती है कि व्हाट्स हर थॉट नाउ। तो हम लोग सब बैठे रहते थे, तो वो पॉजिटिविटी वो हमारी टीम में ज़रूर थी, तो ਸੈੱਟ पे बहुत मजे आते थे। ਅੱਛਾ, ਕਹਾਣੀ ਕਿ ਤੁਹਾਨੂੰ ਕੀ ਫਰਕ ਲੱਗਿਆ ਨਾ ਟੀਵੀ ਸੀਰੀਅਲ 'ਚ ਤੇ ਦੈਨ ਫਿਲਮਾਂ ਦੇ ਵਿੱਚ? ਕੀ ਉਹਨਾਂ 'ਚ ਲੱਗਦਾ ਵੀ ਆਹ ਚੀਜ਼ ਉੱਥੇ ਔਖੀ ਹੁੰਦੀ ਆ ਫਿਲਮਾਂ ਲਈ ਸੌਖੀ ਹੁੰਦੀ ਆ, ਜਾਂ ਫਿਲਮਾਂ 'ਚ ਔਖੀ ਹੁੰਦੀ ਆ ਉੱਥੇ ਸੌਖੀ ਹੁੰਦੀ ਆ? ये ना बिल्कुल ही दो डिफरेंट प्लेटफॉर्म्स हैं। सबसे बड़ा डिफरेंस है कि टीवी में स्टोरी रोज चेंज हो सकती है, बिल्कुल, डिपेंडिंग ऑन द TRPs, डिपेंडिंग ऑन द आर्टिस्ट अवेलेबिलिटी, डिपेंडिंग ऑन सो मेनी सिचुएशंस अराउंड। फिल्म में एक बार कहानी लिख दी है हमने, उसका एंड भी पता है, उसका इंटरवल भी पता है और स्टार्ट भी पता है, अब हमको वही करना है। बट एवरीथिंग इज प्लान्ड। हमारे पास लंबा प्री प्रोडक्शन टाइम था, बिकॉज हमको पता है ना हमको लास्ट सीन कहाँ पे करना है, इंटरवल कहाँ पे करना है, सब कुछ पता है। टीवी में हमको मे भी कल हॉस्पिटल का सीन आ गया है, कल पुलिस स्टेशन का सीन आ गया, आज सेट का घर का सीन आ गया, तो हर दिन डिफरेंट होता है। तो वो क्विक होना बहुत ज़रूरी है वहाँ पे, क्योंकि हमको रोज़ टेलीकास्ट देना है, रोज़ हमको 18 मिनट की फुटेज देनी होती है, बिकॉज एपिसोड 18 मिनट का होता है। यहाँ पे हमको 2 घंटे 2.5 घंटे 1.5 घंटे वट एवर योर ड्यूरेशन ऑफ द फिल्म इज, वो आपका प्लान्ड है। आपको 1 महीने में करना है, 2 महीने में करना है, डिपेंडिंग ऑन द सिचुएशंस, चीज़ें कहाँ पे, लोकेशंस एंड सो मेनी थिंग्स, तो वो आपका प्लान्ड है। तो उस प्लानिंग के साथ चीज़ें ऑफ कोर्स और बेटर हो जाती हैं, हम हर चीज़ पर ज़्यादा ध्यान दे पाते हैं, बजट्स आर डिफरेंट, सब पूरा ही डिफरेंट होता है एनवायरनमेंट, तो ऑफ कोर्स वो होता है। एंड देन क्रिएटिव फ्रीडम हमको यहाँ पर ज़्यादा मिल जाती है।
हर चीज़ दिखाने की। टीवी में फिर भी हमको लिमिटेड सी चीज़ें मिलती हैं, तो हम उतना नहीं खुल सकते हैं। यहाँ पे हमको क्रिएटिव फ्रीडम ज़्यादा मिल जाती है। सो ਅੱਛਾ, ਮਤਲਬ ਸੀਰੀਅਲ ਇੱਕ ਐਦਾਂ ਵੀ ਨਾ, ਇੱਕ ਜਿੱਦਾਂ ਵੀ ਜੌਬ ਤਰ੍ਹਾਂ ਹੋ ਜਾਂਦਾ ਨਾ, ਵੀ ਇੰਨੇ ਵਜੇ ਆਪਾਂ ਜਾਣਾ, ਇੰਨੇ ਵਜੇ वापस होना, वो चीज़ ਹੁੰਦੀ है। बट वो तो ऑफकोर्स जब हम एक बार फिल्म करनी स्टार्ट करते हैं, 1 महीने का अगर शूट है, आपको 1 महीना इट्स लाइक जॉब ओनली। आपको हर दिन 9 बजे जाना है, जो भी शिफ्ट है 9 7 तो व्हाटएवर, तो आपको जाना है, 12 घंटे की शिफ्ट होती है, तो वो तो आपकी इधर भी होगी। टीवी में ऑफकोर्स जितना लंबा शो चलेगा, लाइक गुड्डन 3 साल चला, तो ऑफकोर्स वो तो थैंक गॉड, मतलब मैं तो खुश होती हूँ, बहुत प्यार मिला सी गुड्डन, बहुत प्यार मिला था। तो वो तो यहाँ पे भी जॉब है, यहाँ पे भी जॉब ही है ऑफकोर्स। वो डेडिकेशन तो दोनों तरफ चाहिए होती है, लेकिन दैट्स अ गुड थिंग। हमारे अंदर एक डिसिप्लिन आती है, यू नो। मुझे लगता है टीवी करके ना जो आप शार्प हो जाते हो, जो बिकॉज 18 मिनट देना है आपको, जिसमें हर तरह के इमोशन होंगे। मे बी अभी आप हॉस्पिटल में थे, मे बी आपका अभी पति के साथ लड़ाई होगी, मे बी बच्चे स्कूल से लेके, देयर आर सो मेनी सीन्स, तो यू हैव टू बी वेरी क्विक। एंड 18 मिनट के मतलब तुम उसमें 9 मिनट तो कम से कम बोल ही रहे होगे, तो वो लाइंस याद करना, तो तुम बहुत क्विक हो जाते हो। कंपेयर टू फिल्म्स यू गेट मोर टाइम, तो यहाँ पर हमको बहुत टाइम मिलता है। अच्छा, ਤੁਸੀਂ ਸੀਰੀਅਲ ਵੇਖਦੇ ਹੋ ज़्यादा टाइम, ਜਾਂ ਫਿਲਮਾਂ ਵੇਖਦੇ ਹੋ, ਸੀਰੀਅਲ ਵੇਖਦੇ ਹੋ? मैं दोनों ही देख लेती हूँ, मतलब डिपेंडिंग ऑन माई मूड। मेरे को दोनों देखना पसंद है, क्योंकि मेरे को दोनों प्लेटफॉर्म्स को मैं बहुत रिस्पेक्ट करती हूँ। एक्चुअली मैं टीवी आर्टिस्ट को थोड़ा और एक्स्ट्रा रिस्पेक्ट देती हूँ, बिकॉज सच में वो बहुत हेक्टिक हो जाता है। एंड यू नो, एवरी डे यू हैव टू बी देयर ऑन सेट विद दोज 150 पीपल, मे बी फॉर ईयर्स। कुछ शोज हैं, आप मानेंगे नहीं, 12 साल से चल रहे हैं। बिल्कुल। तो वो ऑफ कोर्स वो एक अलग एनवायरनमेंट में काम करते हैं। दे आर मोर क्विक एंड मोर डिसिप्लिन्ड, एंड या दे नो देयर जॉब बेटर। ਸੋ ਕਿਆ ਬਾਤ ਹੈ। ਸੋ ਆਪਾਂ ਨਾ, ਤੁਸੀਂ ਗਾ ਵੀ ਬਹੁਤ ਚੰਗਾ ਲੈਂਦੇ ਹੋ ਨਾ। ਇਹ ਕਿਨੇ ਕਿਹਾ? ਸਾਰੇ ਮੈਨੂੰ ਇਦਾਂ ਸਾਰਾ ਕੁਝ ਕਹਿੰਦੇ ਨਹੀਂ, ਸਾਰਿਆਂ ਨੂੰ ਪਤਾ ਤੁਸੀਂ ਗਾ ਲੈਂਦੇ ਹੋ। ਮੈਨੂੰ ਤਾਂ ਨਹੀਂ ਪਤਾ। ਨਹੀਂ, ਤੁਸੀਂ ਫਿਰ ਆਪਾਂ ਗਾ ਕੇ ਵੇਖ ਲੈਣ, ਪਤਾ ਲੱਗ ਜੂ, ਰਿਵਿਊ ਆਉਣੇ ਲੋਕਾਂ ਨੇ ਆਪਣਾ ਆਪਣਾ ਨਾ। ਪਤਾ ਕੀ ਆ, ਇਹਦਾ ਹੱਲ ਹੈ। ਤੁਸੀਂ ਤੁਹਾਡਾ ਕਹਿਣ ਦਾ ਮਤਲਬ ਇਹ ਤਾਂ ਨਹੀਂ ਤੇਰੀ ਫਿਲਮ ਤਾਂ ਚੱਲਣੀ ਨਹੀਂ, ਤੂੰ ਇਦਾਂ ਕਰ ਗਾਉਣ 'ਚ ਆਪਣਾ ਕੈਰੀਅਰ ਬਣਾ ਲੈ। ਨਹੀਂ, ਤੁਸੀਂ ਅਗਰ ਤੁਸੀਂ ਗਾਉਂਦੇ ਹੋ ਤਾਂ ਪਿਟਾਰੇ ਵਾਲੇ ਨੇ ਤੁਹਾਡਾ ਹੋ ਸਕਦਾ ਕੋਈ Song ਵੀ ਕਰਵਾ ਦੇਣਾ, ਹੈ ना। अच्छा, ऐसा क्योंकि अपने को अपॉर्चुनिटियां बहुत ने होता। बिल्कुल सही बात है, पर मैं बिल्कुल अच्छा नहीं गाती हूँ। इनकी बात को यहीं पर खत्म किया जाए। नहीं, तुसी गा सकते हो ना। गा सकती हूँ, बिल्कुल। सख्ती वाली तो मैं पॉसिबिलिटी कहीं पे भी खत्म नहीं करती, मैं कर तो सब सकती हूँ। क्या बात है जी। सो फाइनली साडे श्रोतिਆਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਬਹੁਤ ਧੰਨਵਾਦ ਕਿ ਨਾ ਤੁਸੀਂ ਮੈਨੂੰ ਇੰਨਾ ਸਾਰਾ ਪਿਆਰ ਦਿੱਤਾ, ਮੇਰੇ ਕੈਰੈਕਟਰਸ ਨੂੰ ਬਹੁਤ ਪਿਆਰ ਦਿੱਤਾ। ਐਜ਼ ਕਨਿਕਾ ਤੁਸੀਂ ਮੈਨੂੰ ਬਹੁਤ ਸਾਰਾ ਪਿਆਰ ਕੀਤਾ, ਇੱਕ ਐਕਸੈਪਟੈਂਸ ਮੈਨੂੰ ਮਿਲੀ ਜਦ ਕਿ ਮੈਂ 3 ਸਾਲ ਤੁਹਾਡੇ ਵਿੱਚ ਸੀਗੀ ਵੀ ਨਹੀਂ, ਗੁੱਡਨ ਕਰ ਰਹੀ ਸੀਗੀ, ਉਦੋਂ ਹੀ ਤੁਸੀਂ ਸਾਰੇ ਉਡੀਕ ਕਰਦੇ ਸੀ, ਵੇਟ ਕਰਦੇ ਸੀ, ਐਂਡ ਯੂ ਨੋ ਯੂਜ਼ ਟੂ ਵੇਟ ਕਿ ਕਦੋਂ ਆਊਗਾ ਤੁਹਾਡਾ ਗਾਣਾ, ਕਦੋਂ ਆਊਗੀ ਤੁਹਾਡੀ ਫਿਲਮ, ਤੁਸੀਂ ਪੰਜਾਬੀ ਸੂਟਾਂ 'ਚ ਸੋਹਣੇ ਲੱਗਦੇ ਹੋ, ਦਿਸ ਐਂਡ ਦੈਟ। I used to love your messages and still I'm getting, so it's a great thing कि मैं you know वापस आ रही हूँ उसी प्यार के साथ, उसी acceptance के साथ। So thank you so much first of all, and I'm really hoping, we're really looking forward for the film, because ਆਪਾਂ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਆ, ਇੱਕ different concept, ਇੱਕ different subject ਲੈ ਕੇ ਆ ਰਹੇ ਹਾਂ, ਤੇ ਤੁਸੀਂ ਸਾਰੇ ਪਲੀਜ਼ ਪਿਆਰ ਦਿਓ। ਐਕਚੁਅਲੀ ਮੈਂ ਕਿਉਂ ਇੱਦਾਂ ਕਹੂੰ ਕਿ ਪਿਆਰ ਦਿਓ, whatever your points, whatever ਜਿੱਦਾਂ ਦਾ ਵੀ ਤੁਹਾਨੂੰ ਲੱਗੇ ਸਾਨੂੰ ਜ਼ਰੂਰ ਦੱਸਿਓ, ਐਂਡ ਮੇਬੀ ਆਪਾਂ ਅਗਲੀ 'ਚ ਫਿਰ ਉਹਨੂੰ ਠੀਕ ਕਰ ਲਾਂਗੇ ਜੇ ਕੋਈ ਗਲਤੀ ਵੀ ਹੋਗੀ। ਤੇ ਯੈਸ, ਰੀਲੀ ਲੁਕਿੰਗ ਫਾਰਵਰਡ ਐਂਡ ਥੈਂਕ ਯੂ ਸੋ ਮਚ, ਐਂਡ ਰੱਬ ਕਰੇ ਸਾਰੇ ਖੁਸ਼ ਰਹੀਏ। ਬਿਲਕੁਲ ਜੀ, ਗੱਲ ਕਰੀ ਨਾ ਤਾਂ ਮੈਨੂੰ ਲੱਗਦਾ ਕਿ ਕੁੜੀ ਬੋਲ ਬਹੁਤ ਗਈ ਨਾ, ਬਹੁਤ ਚੰਗੀਆਂ ਸਿਆਣੀਆਂ ਗੱਲਾਂ ਕਰਦੀ ਹੈ, ਸੱਚੀ ਸਿਆਣੀ ਹੋ ਗਈ। ਸੋ ਗੱਲ ਕਰੀਏ ਨਾ ਕਿ ਇਹਨਾਂ ਦਾ ਹਰ ਇੱਕ ਪ੍ਰੋਜੈਕਟ ਬਹੁਤ ਸੁਪਰ ਡੂਪਰ ਹਿੱਟ ਹੁੰਦਾ, ਜਿਨ੍ਹਾਂ ਨੇ ਗੀਤ ਕੀਤੇ ਆ ਪੰਜਾਬੀ ਇੰਡਸਟਰੀ ਲਈ, ਬਹੁਤ ਸੁਪਰ ਡੂਪਰ ਹਿੱਟ ਹੋਏ ਨੇ। ਉਹਨਾਂ ਦੇ ਵਿੱਚੋਂ ਜੇ ਚੁਣਿੰਦੇ ਗੀਤਾਂ ਦੀ ਗੱਲ ਕਰ ਲਈ ਤਾਂ ਲਾਵਾਂ ਫੇਰਾ ਇਜ਼ ਵਨ ਆਫ ਮਾਈ ਫੇਵਰਿਟ ਸੌਂਗ। ਅਰਮਾਨ, ਤੁਸੀਂ ਜ਼ਿਕਰ ਨਹੀਂ ਕੀਤਾ, ਮੈਨੂੰ ਇਦਾਂ ਸਮਾ ਕੇ ਤੇ ਜ਼ਿਕਰ ਕਰਨਗੇ। ਓ ਮਾਈ ਗॉड, ਦੈਟਸ ਵਨ ਆਫ ਮਾਈ ਫੇਵਰਿਟ। ਕਿੱਦਾਂ ਮੈਂ ਸਕਿਪ ਕਰ ਸਕਦੀ ਹਾਂ ਯਾਰ। ਸੱਚੀ ਨਾ ਕਿ ਬਹੁਤ ਚੰਗੇ ਪ੍ਰੋਜੈਕਟ ਹੁੰਦੇ ਇਹਨਾਂ ਦੀ। ਗੱਲ ਕਰੀਏ ਤਾਂ ਮਜਾਜਨ ਆਰਕੈਸਟਰਾ ਜੀ, ਸੱਚੀ ਇੱਕ ਐਦਾਂ ਦਾ ਵਿਸ਼ਾ ਜਿਹੜਾ ਕਿ ਸਾਡਾ ਆਪਦਾ ਵਿਸ਼ਾ। ਫਿਲਮ ਸਾਨੂੰ ਇਸ ਲਈ ਵੇਖਣੀ ਚਾਹੀਦੀ ਹੈ ਕਿਉਂਕਿ ਇਹ ਫਿਲਮਾਂ ਨਾ ਸਾਡੀਆਂ ਆਪਦੀਆਂ ਫਿਲਮਾਂ ਹੁੰਦੀਆਂ ਨੇ ਨਾ। ਜੇ ਕੋਈ ਚੰਗੀਆਂ ਚੀਜ਼ਾਂ ਨੂੰ ਅਸੀਂ ਵੇਖਾਂਗੇ, ਐਪਰੀਸ਼ੀਏਟ ਕਰਾਂਗੇ, ਤਾਂ ਮੈਨੂੰ ਲੱਗਦਾ ਕਿ ਐਕਟਰ ਅਤੇ ਡਾਇਰੈਕਟਰ ਉੱਦਾਂ ਦੀਆਂ ਚੀਜ਼ਾਂ ਜ਼ਰੂਰ ਬਣਾਉਣਗੇ। ਸੋ ਜ਼ਰੂਰ ਇਹ ਫਿਲਮ ਨੂੰ ਵੇਖਣਾ ਗਾ, ਕਿਉਂਕਿ ਸਾਨੂੰ ਪਤਾ ਲੱਗੇ ਨਾ ਸਾਡੇ ਆਲੇ ਦੁਆਲੇ ਸਾਡੀ ਅਸਲ ਹਕੀਕਤ ਕੀ ਆ। ਨਾਲੇ ਮੈਂ ਦੱਸ ਦੂੰ, ਇੰਨਾ ਔਖਾ ਨਹੀਂ ਆ ਫਿਲਮ ਦੇਖਣਾ। ਤੁਸੀਂ ਚੌਪਾਲ ਨੂੰ ਡਾਊਨਲੋਡ ਤੇ ਸਬਸਕ੍ਰਾਈਬ ਕਰੋ, ਤੁਸੀਂ ਘਰ ਬਹਿ ਕੇ ਦੇਖ ਸਕਦੇ ਹੋ, ਬਿਕਾਜ਼ ਸਾਡੀ ਫਿਲਮ ਐਕਸਕਲੂਸਿਵਲੀ ਚੌਪਾਲ ਐਪ ਤੇ ਹੀ ਆਊਗੀ। ਤੇ ਕਿੰਨਾ ਈਜ਼ੀ ਆ ਨਾ, ਘਰ ਦੇ ਸੋਫੇ ਤੇ ਬਹਿ ਕੇ ਤੁਸੀਂ ਟੀਵੀ ਔਨ ਕਰਨਾ, ਪੌਪਕਾਰਨ, ਸੈਂਡਵਿਚ, whatever you want to have you can have and watch film with your family around। ਹੁਣ ਪੱਕਾ ਵੇਖਣੀ ਹੈ। ਠੀਕ, ਥੈਂਕ ਯੂ ਜੀ।